ਪੁਲਿਸ ਮੁਕਾਬਲੇ ਦੇ ਵਿੱਚ ਦੋ ਖਤਰਨਾਕ ਡਾਕੂ ਹਾਫ ਫਰਾਈ ਹੋ ਗਏ ਨੇ। ਇਹਨਾਂ ਡਾਕੂਆਂ ਤੇ 57 ਮੁਕੱਦਮਾ ਸੀ ਜਿਦੇ ਵਿੱਚ ਢੇਰ ਸਾਰੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਸੀਗਾ, ਚੋਰੀਆਂ ਕੀਤੀਆਂ ਸੀਗੀਆਂ। ਖਤਰਨਾਕ ਡਾਕੂਆਂ ਦਾ ਪੁਲਿਸ ਦੇ ਨਾਲ ਮੁਕਾਬਲਾ। ਪੁਲਿਸ ਮੁਕਾਬਲੇ ਦੇ ਵਿੱਚ ਦੋ ਖਤਰਨਾਕ ਡਾਕੂ ਜਿਹੜੇ ਹਾਫ ਫਰਾਈ ਹੋ ਗਏ ਨੇ। ਇਹ ਕਿੰਜ ਹਾਫ ਫਰਾਈ ਹੁੰਦੇ ਨੇ, ਸਾਰੀ ਕਹਾਣੀ ਅੱਜ ਦੀ ਜੁਰਮ ਕਹਾਣੀ ਦੇ ਵਿੱਚ ਹੋਏਗੀ। ਮੈਂ ਮੌਜ਼ਮ ਜੱਟ ਤੇ ਸ਼ੁਰੂ ਕਰਦੇ ਹਾਂ ਅਸੀਂ ਸਭ ਤੋਂ ਪਹਿਲੇ ਜਿਹਦੇ ਤੇ 46 ਮੁਕੱਦਮਾਤ ਨੇ। ਵਕਾਰ ਨਾਮੀ ਮੁਲਜ਼ਮ ਜਿਹਦੇ ਤੇ ਡਾਕੂ ਆ, ਜਿਹਦੇ ਤੇ 46 ਮੁਕੱਦਮਾਤ ਆ, ਜਿਨੇ ਸ਼ਹਿਰੀਆਂ ਨੂੰ ਲੁੱਟਿਆ ਵਾ। ਲੁੱਟਣ ਦੇ ਨਾਲ ਨਾਲ ਇਹਨੇ ਸ਼ਹਿਰੀਆਂ ਤੇ ਗੋਲੀਆਂ ਵੀ ਬਰਸਾਈਆਂ ਵਾ। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਨਾਲ ਪੁਲਿਸ ਮੁਕਾਬਲਾ ਕਿੰਜ ਹੁੰਦਾ ਵਾ, ਕਿੰਜ ਇਹ ਹਾਫ ਫਰਾਈ ਹੁੰਦਾ ਵਾ, ਕਿਉਂਕਿ ਈਦ ਲਾਗੇ ਵਾ। ਈਦ ਦੇ ਲਾਗੇ ਲਾਗੇ ਆਉਂਦੇ ਆ ਜਨਾਬ ਇਹ ਸ਼ਹਿਰੀਆਂ ਨੂੰ ਲੁੱਟਦੇ ਆ, ਕਿਉਂਕਿ ਇਹਨਾਂ ਨੇ ਵੀ ਆਪਣੀ ਈਦ ਬਣਾਣੀ ਹੁੰਦੀ ਆ। ਜਨਾਬ ਥਾਣਾ ਝੰਗ ਬਾਜ਼ਾਰ ਦਾ ਇਲਾਕਾ ਹੈ ਜਿਹਦੇ ਵਿੱਚ ਇਹ ਰਿਕਾਰਡ ਯਾਫਤਾ ਡਾਕੂ ਸੀਗਾ। ASI ਇਫਤਖਾਰ ਮੁਲਜ਼ਮਾਨ ਨੂੰ ਹਿਰਾਸਤ ਦੇ ਵਿੱਚ ਵਕਾਰ ਨੂੰ ਰਿਕਵਰੀ ਵਾਸਤੇ ਲੈ ਕੇ ਜਾਂਦੇ ਪਏ ਸੀਗੇ ਤੇ ਪਾਣੀ ਵਾਲੀ ਟੈਂਕੀ ਦੇ ਕੋਲ ਨਜ਼ਦ ਫੌਜੀ ਚੌਂਕ ਦੇ ਕੋਲ ਪਹੁੰਚ ਦਿੰਦੇ ਨਾਮਾਲੂਮ ਮੁਲਜ਼ਮ ਪਾਰਟੀ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦੀ ਹੈ ਤੇ ਫਾਇਰਿੰਗ ਤੋਂ ਬਾਅਦ ਜਨਾਬ ਜਿਹੜਾ ਵਕਾਰ ਨਾਮੀ ਮੁਲਜ਼ਮ ਸੀਗਾ ਇਹਨੂੰ ਛੁਡਵਾ ਕੇ ਸ਼ਾਹ ਕਬਰਸਤਾਨ ਦੀ ਤਰਫ ਲੈ ਜਾਂਦੇ ਨੇ। ਤੇ ਉਸ ਤੋਂ ਬਾਅਦ ਪੁਲਿਸ ਨੇ ਜਨਾਬ SHO ਤੱਕ ਗੱਲ ਪਹੁੰਚਾਉਂਦੇ ਨੇ। SHO ਫਿਰ ਨਫਰੀ ਲੈ ਕੇ ਜਦੋਂ ਪਹੁੰਚਦਾ ਹੈ ਤੇ ਮੁਲਜ਼ਮਾਨ ਕਬਰਸਤਾਨ ਦੇ ਵਿੱਚ ਦਾਖਲ ਹੁੰਦੇ ਤੇ ਸਿੱਧੀ ਉੱਤੇ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ। ਕਬਰਸਤਾਨ ਦੇ ਜਦੋਂ ਕੋਲ ਪਹੁੰਚਦੇ ਨੇ ਤੇ ਉੱਥੇ ਦੋਵਾਂ ਤਰਫੋਂ ਪੁਲਿਸ ਵੱਲੋਂ ਵੀ ਫਾਇਰਿੰਗ ਔਰ ਡਾਕੂਆਂ ਵੱਲੋਂ ਵੀ ਫਾਇਰਿੰਗ। ਡਾਕੂਆਂ ਦੀ ਫਾਇਰਿੰਗ ਤਕਰੀਬਨ ਵਾਵਾ ਕੋਈ 20-25 ਮਿੰਟ ਚੱਲਦੀ ਰਹਿੰਦੀ ਆ ਤੇ ਜਦੋਂ ਫਾਇਰਿੰਗ ਰੁਕਦੀ ਆ, ਰੁਕਣ ਦੇ ਨਤੀਜੇ ਦੇ ਵਿੱਚ ਵੇਖਿਆ ਜਾਂਦਾ ਵਾ ਕਿ ਵਕਾਰ ਜਿਹਦੇ ਤੇ 46 ਮੁਕੱਦਮਾਤ ਆ ਜ਼ਖਮੀ ਹਾਲਤ ਦੇ ਵਿੱਚ ਪਾਇਆ ਜਾਂਦਾ ਵਾ। ਉਸ ਤੋਂ ਬਾਅਦ ਜਨਾਬ ਇਹਨੂੰ ਲੈ ਜਾਂਦੇ ਨੇ, ਫਿਰ ਇਹਦੀ ਜਿਹੜੀ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਤੇ ਹੁਣ ਮੈਂ ਗੱਲ ਕਰਦਾ ਉਸ ਡਾਕੂ ਦੀ ਜਿਹਦੇ ਤੇ 11 ਮੁਕੱਦਮਾਤ ਆ। ਜਿਹੜਾ ਖਤਰਨਾਕ ਡਾਕੂ ਆ ਉਹ ਨਹੀਂ ਵੇਖਦਾ ਕਿ ਬੱਚਾ ਵਾ, ਬੁੱਢੀ ਆ, ਬੰਦਾ ਜਿਹਨੂੰ ਵੇਖਦਾ ਉਹਦੇ ਤੇ ਫਾਇਰ ਮਾਰ ਕੇ ਉਹਦੇ ਕੋਲ ਜੋ ਲੁੱਟਦਾ ਲੁੱਟ ਕੇ ਨੱਸ ਜਾਂਦਾ ਵਾ। ਇਹਦਾ ਜਿਹੜਾ ਮੁਕਾਬਲਾ ਹੁੰਦਾ ਥਾਣਾ D ਟੈਬ ਦੇ ਵਿੱਚ ਮੁਲਜ਼ਮਾਨ ਨੂੰ ਸ਼ਨਾਖਤ ਅਲੀ ਵਾਰਿਸ ਦੇ ਨਾਮ ਤੋਂ ਹੁੰਦੀ। ਜਨਾਬ ਇਹਦੇ ਤੇ 15 ਤੇ ਕਾਲ ਆਉਂਦੀ ਹੈ ਕਿ ਇੱਕ ਮੁਲਜ਼ਮ ਜਿਹੜਾ ਕਿ ਨਾ ਕੋਈ 2-3 ਸਾਥੀ ਇਹਦੇ ਹੈ ਵਾ, ਇਹ ਡਾਕੂ ਆ, ਡਕੈਤੀ ਕਰਕੇ ਤੇ ਜਾਂਦੇ ਪਏ ਆ। ਪਿੱਛੋਂ ਪੁਲਿਸ ਨੂੰ ਇਤਲਾਹ ਹੁੰਦੀ ਹੈ ਤੇ ਪੁਲਿਸ ਜਦੋਂ ਪਹੁੰਚਦੀ, ਪੁਲਿਸ ਨੇ ਨਾਕਾ ਲਾਇਆ ਹੁੰਦਾ ਹੈ। ਮਸ਼ਕੂਕ ਜਾਣ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ। ਅੱਗੋਂ ਇਹ ਡਾਕੂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦਾ। ਦੋਵਾਂ ਤਰਫੋਂ ਫਾਇਰਿੰਗ ਹੁੰਦੀ। ਜਦੋਂ ਫਾਇਰਿੰਗ ਰੁਕਦੀ ਹੈ ਤੇ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਜਨਾਬ ਇਹ ਹਾਫ ਫਰਾਈ ਹੋ ਜਾਂਦਾ ਵਾ। ਇਹ ਖਤਰਨਾਕ ਡਾਕੂ ਸੀ ਜਿਹਦੇ ਤੇ 11 ਮੁਕੱਦਮਾਤ ਸੀਗੇ। ਫੈਸਲਾਬਾਦ ਦੇ ਮੁਖਤਲਿਫ ਥਾਣਿਆਂ ਦੇ ਵਿੱਚ ਇਹਦੇ ਤੇ ਮੁਕੱਦਮਾਤ ਸੀਗੇ। ਜਿਹੜਾ ਸ਼ਹਿਰੀਆਂ ਨੂੰ ਲੁੱਟੀ ਜਾਂਦਾ ਸੀਗਾ। ਸ਼ਹਿਰੀ ਬੜੇ ਤੰਗ ਸੀ, ਸ਼ਹਿਰੀ ਇਸ ਗੱਲ ਤੋਂ ਬੜੇ ਪਰੇਸ਼ਾਨ ਸੀ ਕਿ ਅਸੀਂ ਈਦ ਦੀ ਸ਼ਾਪਿੰਗ ਕਿੰਜ ਕਰੀਏ। ਅਸੀਂ ਗੱਲ ਕਰਦੇ ਫੈਸਲਾਬਾਦ ਦੇ ਵਿੱਚ RPO ਸੁਹੇਲ ਅਹਿਮਦ ਸੁਖੇਰਾ ਸਾਹਿਬ ਜਿਹੜੇ ਬੜੇ ਦਬੰਗ ਅਫੀਸਰ ਹੈਗੇ ਆ। ਫਿਰ ਨਾਲ ਸਾਡੇ CPO ਫੈਸਲਾਬਾਦ ਸਾਹਿਬ ਜਿਹਦਾ ਬਿਲਾਲ ਉਮਰ ਸਾਹਿਬ, ਉਹ ਵੀ ਬੜੇ ਤਗੜੇ ਅਫੀਸਰ ਆ, ਕਿਉਂਕਿ ਜਦੋਂ ਦੀ ਉਹ ਫੈਸਲਾਬਾਦ ਦੇ ਵਿੱਚ ਆਏ ਉਹਨਾਂ ਨੇ ਨਾ ਡਾਕੂਆਂ ਨੱਥ ਪਾਈ ਆ, ਮਨਸ਼ਿਆਤ ਫਰੋਸ਼ਨ ਨੱਥ ਪਾਈ ਆ, ਕਬਜ਼ਾ ਮਾਫੀਆ ਨੱਥ ਪਾਈ ਆ। ਕੋਈ ਇਹੋ ਜਿਹਾ ਗਰੁੱਪ ਨਹੀਂ ਜਿਹੜਾ ਕੋਈ ਬਾਕੀ ਹੋਵੇ। ਤੇ ਮੈਂ ਹੁਣ ਫੈਸਲਾਬਾਦ ਦੇ ਸ਼ਹਿਰੀਆਂ ਨੂੰ ਕਹਾਂਗਾ ਤੁਸੀਂ ਪੁਰਅਮਨ ਰਹੋ, ਸਕੂਨ ਰਹੋ, ਕਿਉਂਕਿ ਜਿਹੜੇ ਤੁਹਾਡੇ ਡਾਕੂ ਸੀ, ਜਿਹੜੇ ਲੁੱਟਦੇ ਸੀ ਸ਼ਹਿਰੀਆਂ ਨੂੰ, ਜਨਾਬ ਇਹ ਹੁਣ ਨਹੀਂ ਰਹੇ ਹੈਗੇ। ਪੁਲਿਸ ਮੁਕਾਬਲੇ ਦੇ ਵਿੱਚ ਦੋ ਖਤਰਨਾਕ ਡਾਕੂ ਹਾਫ ਫਰਾਈ ਹੋ ਗਏ ਨੇ। ਇਹਨਾਂ ਡਾਕੂਆਂ ਤੇ 57 ਮੁਕੱਦਮਾਤ ਸੀ ਜਿਹਦੇ ਵਿੱਚ ਢੇਰ ਸਾਰੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਸੀਗਾ, ਚੋਰੀਆਂ ਕੀਤੀਆਂ ਸੀਗੀਆਂ ਔਰ ਇਹ ਸ਼ੂਟਰ ਵੀ ਸੀਗੇ ਇਹ ਖਤਰਨਾਕ ਡਾਕੂ। ਤੇ ਹੁਣ ਜਿੰਨੇ ਵੀ ਡਾਕੂ ਆ ਫੈਸਲਾਬਾਦ ਦੇ ਵਿੱਚੋਂ ਜਾਂ ਤੇ ਨੱਸ ਜਾਓ ਜਾਂ ਫਿਰ ਪੁੱਠੇ ਕੰਮ ਛੱਡ ਦਿਓ। ਜੇ ਤੁਸੀਂ ਨਹੀਂ ਨਸੋਗੇ ਤੇ ਫਿਰ ਇੰਜ ਹੀ ਤੁਹਾਡਾ ਹਾਲ ਹੋਏਗਾ ਜਿਵੇਂ ਵਕਾਰ ਦਾ ਤੇ ਅਲੀ ਵਾਰਿਸ ਦਾ ਹੋ ਗਿਆ। ਵਕਾਰ ਖਤਰਨਾਕ ਡਾਕੂ ਸੀਗਾ ਜਿਹਦੇ ਤੇ 46 ਮੁਕੱਦਮਾਤ ਸੀਗੇ ਔਰ ਜਿਹੜਾ ਅਲੀ ਵਾਰਿਸ ਆ ਇਹ ਉਹਦੇ ਤੋਂ ਵੀ ਖਤਰਨਾਕ ਸੀ ਕਿਉਂਕਿ ਇਹਦੇ ਤੇ 11 ਮੁਕੱਦਮਾਤ ਸੀਗੇ। ਹੁਣ ਇਹ ਦੋਵੇਂ ਹਾਫ ਫਰਾਈ ਹੋ ਗਏ ਆ। ਹਾਫ ਫਰਾਈ ਤੋਂ ਬਾਅਦ ਜਨਾਬ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ ਆ। ਹੁਣ ਜਿਹੜੇ ਡਾਕੂ ਹੋਣਗੇ ਨਾ ਉਹ ਡਰ ਕੇ ਛੱਡ ਜਾਣਗੇ ਕਿਉਂਕਿ ਪੁਲਿਸ ਬੜੀ ਤਗੜੀ ਆ। ਪੁਲਿਸ ਹੁਣ ਕਿਸੇ ਨੂੰ ਕੋਈ ਮਾਫੀ ਨਹੀਂ ਦੇ।